ਸਭ ਨੂੰ ਜੈਮਸੀ ਦੀ ਜੈਮਸੀ ਦੀ ਜੈਮਸੀ ਦੀ ਬਰਕਵਾਲ ਜੀ। ਆਪਾਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਜੀ ਸਰ। ਇਸ ਸਮੇਂ ਦੇ ਲਈ ਸਾਨੂੰ ਬਾਈਬਲ ਸਟੱਡੀ ਦੇ ਲਈ ਮੌਕਾ ਮਿਲਿਆ ਜੀ ਸਰ। ਆਪਾਂ ਕਰ ਸਕੀਏ ਔਰ ਜੀ ਜੀ ਸਾਰਾ ਹਫਤਾ ਸੰਭਾਲ ਰੱਖਿਆ। ਆਮੇਨ। ਹਾਂਜੀ, ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ। ਔਰ ਅੱਜ ਦੀ ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਜੀ ਆਪਾਂ ਪੜ੍ਹਦੇ ਹਾਂ ਜੀ ਸਾਮਸ ਭਜਨ ਜ਼ਬੂਰ 150 150 ਆਖਰੀ ਸਾਮ ਹੈਗਾ ਜ਼ਬੂਰ ਹੈ ਜੀ। ਉਹ ਅੱਛਾ ਜੀ। ਹਾਂਜੀ, ਤੇ ਉਸ ਤੇ ਸਾਮਸ ਭਜਨ ਜ਼ਬੂਰ 150 150 ਉਹਦੇ ਲਿਖਿਆ ਹੈ ਹਾਲੇਲੂਇਆ। ਉਹਦੇ ਪਵਿੱਤਰ ਸਥਾਨ ਵਿੱਚ ਪਰਮੇਸ਼ਰ ਦੀ ਉਸਤਤ ਕਰੋ। ਉਹਦੀ ਸ਼ਕਤੀ ਦੇ ਅੰਬਰ ਵਿੱਚ ਉਹਦੀ ਉਸਤਤ ਕਰੋ। ਉਹਦੀ ਸਮਰੱਥਾ ਦੇ ਕੰਮ ਦੇ ਕਾਰਨ ਉਸ ਦੀ ਉਸਤਤ ਕਰੋ। ਹਾਲੇਲੂਇਆ। ਉਹਦੀ ਅਤਿਅੰਤ ਮਹਾਨਤਾ ਦੇ ਯੋਗ ਉਹਦੀ ਉਸਤਤ ਕਰੋ। ਤੁਰੀ ਦੇ ਫੂਕ ਨਾਲ ਉਸ ਦੀ ਉਸਤਤ ਕਰੋ। ਸਿਤਾਰ ਤੇ ਬਰਬਤ ਨਾਲ ਉਸ ਦੀ ਉਸਤਤ ਕਰੋ। ਤਬਲੇ ਤੇ ਨ੍ਰਿਤਕਾਰੀ ਨਾਲ ਉਸ ਦੀ ਉਸਤਤ ਕਰੋ। ਤਾਰੇ ਵਾਲੇ ਵਾਜਿਆਂ ਅਤੇ ਬੰਸਰੀਆਂ ਨਾਲ ਉਸ ਦੀ ਉਸਤਤ ਕਰੋ। ਸਪਸ਼ਟ ਸੁਰ ਵਾਲੀ ਝੱਜ ਨਾਲ ਉਸ ਦੀ ਉਸਤਤ ਕਰੋ। ਛਣਕਣ ਵਾਲੇ ਝੱਜ ਨਾਲ ਉਸ ਦੀ ਉਸਤਤ ਕਰੋ। ਸਾਰੇ ਪ੍ਰਾਣੀਓ ਯਹੋਵਾ ਦੀ ਉਸਤਤ ਕਰੋ। ਹਾਲੇਲੂਇਆ। ਪਰਮੇਸ਼ਰ ਪਿਤਾ ਹਾਲੇਲੂਇਆ। ਆਪ ਦੀ ਉਸਤਤ ਕਰਦੇ ਹਾਂ, ਆਪ ਦੀ ਮਹਿਮਾ ਕਰਦੇ ਹਾਂ, ਕਿਉਂਕਿ ਆਪ ਮਹਿਮਾ ਦੇ ਯੋਗ ਹੋ। ਆਪ ਜੀਂਦੇ ਜਾਗਦੇ ਪਰਮੇਸ਼ਰ ਹੋ। ਆਪ ਹੀ ਨੇ ਸਾਨੂੰ ਬਣਾਇਆ, ਆਪ ਹੀ ਨੇ ਸਭ ਕੁਝ ਬਣਾਇਆ ਔਰ ਆਪ ਦਾ ਮਕਸਦ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪੂਰਾ ਹੋਵੇ। ਪਰਮੇਸ਼ਰ ਪਿਤਾ ਸਾਡੀਆਂ ਅੱਖਾਂ, ਸਾਡੀਆਂ ਸੋਚਾਂ, ਸਾਡਾ ਧਿਆਨ ਆਪ ਵੱਲ, ਆਪ ਦੇ ਵਚਨ ਵੱਲ ਲੱਗਾ ਰਹੇ। ਪਰਮੇਸ਼ਰ ਪਿਤਾ ਆਪ ਦੇ ਵਚਨ ਦੇ ਵਿੱਚੋਂ ਸਿੱਖਣ ਜਾ ਰਹੇ ਹਾਂ, ਸਮਝਣ ਜਾ ਰਹੇ ਹਾਂ, ਬਾਈਬਲ ਸਟੱਡੀ ਕਰਨ ਜਾ ਰਹੇ ਹਾਂ। ਆਪ ਦਾ ਪਵਿੱਤਰ ਆਤਮਾ ਸਾਨੂੰ ਗਾਈਡ ਕਰੇ, ਲੀਡ ਕਰੇ। ਜੋ ਕੁਛ ਵੀ ਬ੍ਰਦਰ ਇਕਬਾਲ ਜੀ ਤੋਂ ਬੋਲਿਆ ਜਾਵੇ ਉਹ ਆਪ ਵੱਲੋਂ ਹੋਵੇ ਪਰਮੇਸ਼ਰ ਪਿਤਾ। ਔਰ ਬਰਕਤ ਮੰਗਦੇ ਹਾਂ ਪਰਮੇਸ਼ਰ ਪਿਤਾ ਹਰ ਇੱਕ ਸੁਣਨ ਵਾਲੇ ਦੇ ਲਈ। ਆਪ ਦਾ ਪਵਿੱਤਰ ਆਤਮਾ ਦੇ ਜੋ ਸਾਡਾ ਮਦਦਗਾਰ ਹੈ, ਪਵਿੱਤਰ ਆਤਮਾ ਜੀ ਦੇ ਲਈ ਵੀ ਆਪ ਦਾ ਸ਼ੁਕਰ ਕਰਦੇ ਹਾਂ। ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ। ਆਮੀਨ। ਹਾਂਜੀ ਬ੍ਰਦਰ ਜੀ। ਜੀ ਸਰ। ਆਪਣਾ ਪਵਿੱਤਰ ਆਤਮਾ ਦੇ ਬਾਰੇ ਜੀ ਅਗਲਾ ਸਵਾਲ ਹੈ ਵੀ ਉਹ ਹੈ ਜੀ ਪਵਿੱਤਰ ਆਤਮਾ ਦਾ ਵਾਟ ਇਜ਼ ਇਟਰਨਲ ਪ੍ਰੋਸੈਸ਼ਨ ਆਫ ਦਾ ਹੋਲੀ ਸਪਿਰਿਟ। ਹਾਂਜੀ, ਇਟਰਨਲ ਪ੍ਰੋਸੈਸ਼ਨ ਮਤਲਬ ਕਿ ਜੀ ਪਵਿੱਤਰ ਆਤਮਾ ਨੂੰ ਜਿਹੜੇ ਟ੍ਰਾਇਊਨ ਪਰਮੇਸ਼ਰ ਹੈਗਾ, ਤ੍ਰਿਏਕ ਪਰਮੇਸ਼ਰ ਹੈ, ਪਿਤਾ ਪੁੱਤਰ ਪਵਿੱਤਰ ਆਤਮਾ ਹੈ ਨਾ। ਤੇ ਇਹ ਤਿੰਨਾਂ ਦੇ ਵਿੱਚੋਂ ਇਹ ਜਿਹੜਾ ਪਵਿੱਤਰ ਆਤਮਾ ਹੈ ਇਹ ਬਾਕੀ ਪਿਤਾ ਤੇ ਪੁੱਤਰ ਦੇ ਨਾਲ ਇਹ ਕਿਸ ਤਰ੍ਹਾਂ ਸੰਬੰਧਿਤ ਹੈ ਤੇ ਕਿਸ ਤਰ੍ਹਾਂ ਇਹ ਕੰਮ ਕਰ ਰਿਹਾ ਹੈ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਜੈ ਮਸੀਹ ਦੀ। ਦੇਖੋ ਆਪਾਂ ਬੜਾ ਅੱਛਾ ਹੈ ਕਿ ਹੋਲੀ ਸਪਿਰਿਟ ਉੱਤੇ ਪਰਮਾਤਮਾ ਪਵਿੱਤਰ ਆਤਮਾ ਉੱਤੇ ਹੀ ਸਟੱਡੀਜ਼ ਹੋ ਰਹੀ ਹੈ। ਔਰ ਇਹ ਬੜਾ ਅੱਛਾ ਸਵਾਲ ਹੈ ਕਿ ਪਵਿੱਤਰ ਆਤਮਾ ਕਿਵੇਂ ਪਿਤਾ ਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਉਹ ਰਿਲੇਟ ਕਰਦੇ ਨੇ ਜਾਂ ਉਹਦੇ ਵਿੱਚੋਂ ਕਿੰਝ ਨਿਕਲਿਆ। ਹਾਂਜੀ ਹੈ ਨਾ। ਕਿਸ ਤਰ੍ਹਾਂ ਰਿਲੇਟ ਕਰਦੇ ਆ, ਕਿਸ ਤਰ੍ਹਾਂ ਕੰਮ ਕਰਦੇ ਹਾਂ, ਕਿਸ ਤਰ੍ਹਾਂ। ਅੱਛਾ, ਇਹ ਉਹ ਡਾਕਟਰਿਨ ਹੈ ਜਿਹੜੀ ਕਿ ਸਾਨੂੰ ਦੱਸਦੀ ਹੈ ਕਿ ਪਵਿੱਤਰ ਆਤਮਾ ਜਿਹੜਾ ਹੈ ਉਹ ਪਿਤਾ ਤੇ ਪੁੱਤਰ ਦੇ ਨਾਲ ਉਹਦਾ ਕੀ ਸੰਬੰਧ ਹੈਗਾ। ਠੀਕ ਹੈ। ਇਹ ਜਿਹੜਾ ਅਪੋਸਲ ਕ੍ਰੀਡ ਇਹ ਕਹਿੰਦੇ ਨੇ, ਉਹਨੂੰ ਕਹਿੰਦੇ ਨੇ ਰਸੂਲਾਂ ਦਾ ਅਕੀਦਾ। ਠੀਕ ਹੈ। ਉਹਦੇ ਵਿੱਚ ਇਸ ਚੀਜ਼ ਨੂੰ ਲਿਆਇਆ ਗਿਆ। ਅੱਛਾ, ਉਹ ਕੀ ਹੈਗਾ? ਉਹ ਇਹ ਵੇ ਕਿ ਮੈਂ ਈਮਾਨ ਅਸਲ ਵਿੱਚ ਇਹਦੀ ਬੈਕਗਰਾਊਂਡ ਇੰਝ ਹੋਈ ਹੈ ਕਿ ਤੀਸਰੀ ਸਦੀ ਦੇ ਐਂਡ ਦੇ ਵਿੱਚ 3rd ਸੈਂਚੁਰੀ ਜਾਂ 4th ਸੈਂਚੁਰੀ ਸ਼ੁਰੂ ਹੋ ਗਈ ਸੀ। ਤੇ
ਤੁਹਾਨੂੰ ਪਤਾ ਹੈ ਕਿ ਪਹਿਲੇ ਖੁਦਾਵੰਦ ਯਿਸੂ ਮਸੀਹ ਤੋਂ ਹੀ ਪਹਿਲੀ ਸਦੀ ਸ਼ੁਰੂ ਹੁੰਦੀ ਹੈ ਨਾ, ਉਹ ਕੈਲੰਡਰ ਉੱਥੋਂ ਹੀ ਅਸੀਂ ਲੈ ਤੇ ਉਹਦੇ ਬਾਅਦ ਨਾ ਇਹ ਬਹੁਤ ਸਾਰੀ ਗਲਤ ਜਾਂ ਬਿਗੜੀ ਜਾਂ ਹੈਰਸੀਜ਼ ਜਾਂ ਬਿਦਤ ਬਦਾਤ ਸ਼ੁਰੂ ਹੋ ਗਈਆਂ ਸਨ ਪ੍ਰਭੂ ਯਿਸੂ ਦੇ ਬਾਰੇ 'ਚ ਕਿ ਇਹ ਮਨੁੱਖ ਹੈ, ਇਹ ਇਨਸਾਨ ਹੈ ਜਾਂ ਗॉड ਹੈ। ਕਈ ਕਹਿੰਦੇ ਸਨ ਹਾਫ ਗॉड ਹੈ ਹਾਫ ਇਨਸਾਨ ਹੈ। ਸੋ ਇਸ ਤਰੀਕੇ ਨਾਲ ਸੋ ਇਹ ਇੱਕ ਮਾਮਲਾ ਉਦੋਂ ਹੀ ਸ਼ੁਰੂ ਹੋ ਗਿਆ ਸੀ। ਸੋ ਚੌਥੀ ਸਦੀ 'ਚ ਇੱਕ ਕੌਂਸਲ ਬਹਿ ਗਈ, ਠੀਕ ਹੈ, ਜਿਹਨੂੰ ਕਹਿ ਲਓ ਕਿ ਉਦੋਂ ਜਿਹੜੇ ਚਰਚਿਸ ਸਨ ਉਹ ਜਿਹੜੇ ਚਰਚਿਸ ਮੀਨਸ ਅੱਗੇ ਚੌਥੀ ਸਦੀ ਦੀ ਗੱਲ ਹੋ ਰਹੀ ਹੈ। ਪਹਿਲੀ ਸਦੀ ਤੇ ਇਹ ਸਾਰੇ ਯਿਸੂ ਤੇ ਉਹਦੇ ਚੇਲੇ ਤੇ ਬੁੱਕਸ ਵਗੈਰਾ ਲਿਖੀਆਂ ਗਈਆਂ ਨਾ, ਠੀਕ ਹੈ। ਉਹਦੇ ਬਾਅਦ ਇਹਨਾਂ ਚੀਜ਼ਾਂ ਨੂੰ ਭਾਈ ਕਾਊਂਟਰ ਕਰਨ ਲਈ ਕਿ ਉਹਨੂੰ ਕਹਿ ਲਓ ਕਿ ਇਹਨਾਂ ਚੀਜ਼ਾਂ ਨੂੰ ਹੱਲ ਕਰਨ ਲਈ ਇਹ ਜਿਹੜੇ ਮਸਲੇ ਸਨ ਉਹ ਇੱਕ ਆਰਥੋਡਾਕਸ ਇੱਕ ਸਟੇਟਮੈਂਟ ਦੇ ਕਾਗਜ਼ ਉਹਨਾਂ ਤਿਆਰ ਕੀਤੇ, ਭਾਈ ਇਹ ਬਾਈਬਲ ਦੇ ਮੁਤਾਬਿਕ ਆ ਸਾਡਾ ਫੇਥ ਹੋਣਾ, ਵਿਸ਼ਵਾਸ, ਜਾਂ ਉਹਨੂੰ ਅਪੋਸਲ ਕਰੀਡ ਕਹਿੰਦੇ ਨੇ, ਕਿ ਉਹਦੇ ਵਿੱਚੋਂ ਕੱਢ ਕੇ ਉਹਨਾਂ ਨੇ ਜਿਹੜੀ ਆਰਥੋਡਾਕਸ ਡਾਕੂਮੈਂਟ ਹੈ ਬਹੁਤ ਵੱਡੀ, ਉਹਨੂੰ ਸ਼ਾਰਟੈਸਟ ਫਾਰਮ ਜਾਂ ਬੜਾ ਛੋਟਾ ਕਰਕੇ ਇੱਕ ਨਿਚੋੜ ਕੱਢ ਦਿੱਤਾ, ਜਿਹਨੂੰ ਉਹਨਾਂ ਨਾਂ ਦੇ ਦਿੱਤਾ ਜੀ ਅਪੋਸਲ ਕਰੀਡ ਜਾਂ ਰਸੂਲਾਂ ਦਾ ਅਕੀਦਾ, ਠੀਕ ਹੈ। ਕਿਉਂਕਿ ਸਾਡੀ ਬੁਨਿਆਦ ਵੀ ਉਹਨਾਂ ਦੀ ਫਾਊਂਡੇਸ਼ਨ ਉੱਤੇ ਹੀ ਹੈਗੀ ਹੈ ਤੇ ਉਹਨਾਂ ਦੀ ਯਿਸੂ ਦੀ ਫਾਊਂਡੇਸ਼ਨ ਉੱਤੇ ਹੈ। ਸੋ ਐਨੀਵੇ ਸੋ ਉਹ ਜਿਹੜੀ ਅਪੋਸਲ ਕਰੀਡ ਚੌਥੀ ਸੈਂਚੁਰੀ 'ਚ ਸ਼ੁਰੂ ਹੋਈ, ਹਾਂ, ਉਹ ਚੂੰਕਿ ਇਹ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਬਹੁਤ ਸਾਰੀਆਂ, ਕਿ ਯਿਸੂ ਜਿਹੜਾ ਉਹ ਅੱਧਾ ਗॉड ਹੈ ਅੱਧਾ ਨਹੀਂ ਹੈ, ਯਾਨੀ ਉਹਦੀ ਅਲਹੂਈਅਤ ਮੀਨਸ ਉਹਦੀ ਡਿਵਿਨਿਟੀ ਤੇ ਡਿਇਟੀ ਦੀ ਗੱਲ ਹੋਣ ਡਈ ਹੈ ਕਿ ਉਹ ਕੌਣ ਹੈ ਨਾ, ਕੌਣ ਹੈ ਉਹ। ਤੇ ਇਹਦੇ ਤੇ ਫਿਰ ਅੱਛਾ ਇਹ ਸਾਰਾ ਕੁਝ ਸ਼ੁਰੂ ਕੀਤਾ ਜਿਹੜੇ ਮਜ਼ਹਬੀ ਜਾਂ ਧਰਮ ਦੇ ਪਾਸਟਰਸ ਨੇ, ਬਿਸ਼ਪ ਨੇ, ਉਹਨਾਂ ਦੇ ਥਰੂ ਕੋਈ ਕੀ ਪ੍ਰੀਚ ਕਰ ਰਿਹਾ ਕੋਈ। ਫਿਰ ਇਹਨਾਂ ਨੇ ਨਾ ਇੱਕ ਜਿਹਨੂੰ ਅਪੋਸਲ ਕਰੀਡ ਕਹਿ ਲਓ, ਉਹ ਜਿਹੜਾ ਵੱਡਾ ਡਾਕੂਮੈਂਟ, ਬਹੁਤ ਵੱਡੀ ਇੱਕ ਡਾਕੂਮੈਂਟ ਹੈਗਾ ਹੈ, ਉਹਨੂੰ ਸ਼ਾਰਟ ਕਰਕੇ ਅਪੋਸਲ ਕਰੀਡ ਕਹਿੰਦੇ ਨੇ। ਭਾਈ ਮੈਂ ਈਮਾਨ ਰੱਖਣਾ ਖੁਦਾਏ ਪਿਤਾ ਪਰਮੇਸ਼ਵਰ ਉੱਤੇ ਤੇ ਉਹਦੇ ਪੁੱਤਰ ਯਿਸੂ ਉੱਤੇ, ਜਿਹੜਾ ਕੁਆਰੀ ਮਰੀਮ ਦੇ ਥਾਈ ਨੇ ਪੈਦਾ ਹੋਇਆ ਹੈ। ਤੇ ਫਿਰ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਉਹ ਪੈਂਤੂਸ ਪਿਲਾਤੂਸ ਦੇ ਅਹਿਦ ਵਿੱਚ ਦੁੱਖ ਚੁੱਕਿਆ, ਮਾਰਿਆ ਗਿਆ, ਦਫਨ ਹੋਇਆ, ਤੇ ਇਹਦੇ ਵਿੱਚ ਜਦੋਂ ਗਾੜਿਆ ਗਿਆ, ਦਫਨ ਹੋਇਆ, ਇਹਦੇ ਵਿੱਚ ਉਹ ਨਰਕਾਂ 'ਚ ਉਤਰਿਆ ਹੈ। ਔਰ ਫਿਰ ਅਸੀਂ ਵਿਸ਼ਵਾਸ ਰੱਖਦੇ ਹਾਂ ਪਵਿੱਤਰ ਆਤਮਾ ਉੱਤੇ, ਠੀਕ ਹੈ, ਉਹਦੀ ਸੰਗਤੀ ਉੱਤੇ, ਤੇ ਫਿਰ ਯੂਨੀਵਰਸਲ ਚਰਚ ਉੱਤੇ, ਹੈ ਨਾ। ਔਰ ਇਹ ਵੀ ਕਿ ਪ੍ਰਭੂ ਯਿਸੂ ਮਸੀਹ ਦੁਬਾਰਾ ਆਏਗਾ। ਸੋ ਇਹ ਸਾਰਾ ਜਿਹੜਾ ਹੈਗਾ ਇਹ ਉਸ ਅਪੋਸਲ ਕਰੀਡ ਦੇ ਵਿੱਚ ਹੈ, ਤੇ ਇਹਨੂੰ ਕਿਧਰੋਂ ਵੀ ਤੁਸੀਂ ਦੇਖ ਸਕਦੇ ਹੈਗੇ ਹੋ। ਤੇ ਇਹ ਜਿਹੜਾ ਅਸੀਂ ਨਾ ਗੱਲ ਕਰ ਰਹੇ ਸਾਂ ਕਿ ਇਹ ਜਿਹੜਾ ਡਾਕੂਮੈਂਟ ਜਿਹੜੀ ਡਾਕਟਰਿਨ ਹੈ ਉਹਦੇ ਵਿੱਚ ਇਹ ਚੀਜ਼ ਨੂੰ ਕਲੀਅਰ ਕੀਤਾ, ਉੱਥੇ ਅਸੀਂ ਦੇਖਦੇ ਹਾਂ ਇਹ ਸਾਰੀ ਸਟੇਟਮੈਂਟ ਵਿੱਚ, ਤੇ ਉਹ ਤਾਂ ਸਾਨੂੰ ਪਤਾ ਲੱਗਦਾ ਹੈ ਅਸਲ ਵਿੱਚ, ਕਿਉਂਕਿ ਪਹਿਲੇ ਜਿਹੜੇ ਕਿ ਅਸੀਂ ਚੌਥੀ ਸਦੀ ਦੀ ਗੱਲ ਕਰ ਰਹੇ ਹਾਂ, ਲੋਕ ਪਾਕ ਰੂਹ ਦੀ ਡਿਇਟੀ ਜਾਂ ਉਹਦੀ ਅਲਹੂਈਅਤ ਜਾਂ ਉਹਦਾ ਪਿਤਾ ਪੁੱਤਰ ਦੇ ਨਾਲ ਲਿੰਕ ਕਰਨ ਦੇ ਲਈ ਬੜੇ ਸਵਾਲ ਉੱਠਦੇ ਸਨ, ਕਿਉਂਕਿ ਉਦੋਂ ਸਿਰਫ ਪਿਤਾ ਤੇ ਪ੍ਰਭੂ ਯਿਸੂ ਨੂੰ ਜ਼ਿਆਦਾ ਬਿਆਨ ਕੀਤਾ ਗਿਆ ਸੀ। ਲੇਕਿਨ ਇਹ ਫਿਰ ਇੱਕ ਹੋਰ ਰਿਵਾਈਜ਼ਡ ਇਸ ਗੱਲ ਨੂੰ ਉਹਨਾਂ ਨੇ ਫਿਰ ਦੇਖਿਆ, ਥਿਓਲੋਜੀਅਨਸ ਜਾਂ ਜਿਹੜੇ ਕੀ ਕਹਿੰਦੇ ਸਕਾਲਰਸ, ਬੁੱਧੀਮਾਨਾਂ ਨੇ, ਕ੍ਰਿਸਚਨ, ਹਾਂਜੀ, ਉਹਨਾਂ ਨੇ ਕਿਹਾ ਕਿ ਫਿਰ ਇਹ ਵਾਕਈ ਇਹ ਵਿੱਚ ਕੋਈ ਗੱਲ ਕਲੀਅਰ ਨਹੀਂ ਹੋ ਰਹੀ, ਲੋਕ ਪਿਤਾ ਪੁੱਤਰ ਤਾਂ ਘਰ ਰਹੇ ਨੇ, ਤੇ ਪਵਿੱਤਰ ਆਤਮਾ ਦਾ ਫਿਰ ਇਸ ਦੇ ਵਿੱਚ ਕੀ ਰੋਲ ਹੋਇਆ, ਠੀਕ ਹੈ। ਫਿਰ ਉਹਨਾਂ ਨੇ ਇੱਕ ਵਰਸ ਨੂੰ ਐਡ ਕਰ ਦਿੱਤਾ, ਉਹ ਤੁਸੀਂ ਕੱਢ ਲਓ, ਸੰਨ ਯਹੂਨਾ 15 ਦੀ 26 ਆਇਤ ਕੱਢੋ।
ਫਿਰ ਇਹ ਜਾ ਕੇ ਤੇ ਇਹ ਅਪੋਸਲ ਕ੍ਰੀਡ ਜਿਹੜੀ ਹੁਣ ਅਸੀਂ ਬੋਲੀ ਹੈ ਹਾਂਜੀ ਉਹ ਪੂਰੀ ਹੋਈ। ਅੱਛਾ ਜੀ ਜੀ, ਵਰਨਾ ਉਹ ਯੂਨਿਟੀ ਨਜ਼ਰ ਨਹੀਂ ਸੀ ਆ ਰਹੀ। ਪਿਤਾ ਪੁੱਤਰ ਹੀ ਸਨ ਤੇ ਪਵਿੱਤਰ ਆਤਮਾ ਦਾ ਫਿਰ ਲੋਕ ਕਹਿੰਦੇ ਸਨ ਇਹ ਬਈ ਇਹ ਇਟਰਨਲ, ਇਹਨੂੰ ਵੀ ਤੇ ਹੋਣਾ ਚਾਹੀਦਾ। ਸੋ ਇਹ ਆਇਤ ਪੜ੍ਹ ਦਿਓ। ਇਹ ਫਿਰ ਉਹਨਾਂ ਨੇ ਇਸ ਅਕੀਦੇ ਦੇ ਵਿੱਚ ਜਦੋਂ ਮਜ਼ੀਦ ਐਡ ਕੀਤੀ ਫਿਰ ਇਹ ਕੰਪਲੀਟ ਹੋਇਆ ਤੇ ਲੋਕਾਂ ਦੇ ਸਵਾਲ ਜਿਹੜੇ ਸਾਨੂੰ ਕਿਉਂਕਿ ਇਹਦੇ ਵਿੱਚ ਯੂਨਿਟੀ ਪਾਈ ਜਾਂਦੀ ਹੈ ਤੇ ਇਹ ਪ੍ਰਭੂ ਯਿਸੂ ਮਸੀਹ ਦੇ ਆਪਣੇ ਅਲਫਾਜ਼ ਨੇ ਜਿਹੜੇ ਉਹਨਾਂ ਨੇ ਉਸ ਕੌਂਸਲ ਨੇ ਫਿਰ ਇਹਦੇ ਵਿੱਚ ਪਾ ਦਿੱਤੇ। ਅੱਛਾ ਜੀ, ਹਾਂਜੀ ਤੇ ਪਹਿਲਾਂ ਪੜ੍ਹ ਲੈਂਦੇ ਜੀ। ਜੀ ਪਰ ਅੱਛਾ, ਇਹ ਆਪਾਂ ਯੂਹੰਨਾ ਦੀ ਇੰਜੀਲ 15:26 ਵਿੱਚ ਇਸ ਤਰ੍ਹਾਂ ਲਿਖਿਆ ਹੈ, ਛਬੀ ਜੀ ਪਰ ਜਾਂ ਉਹ ਸਹਾਇਕ ਆਵੇ ਜਿਸ ਨੂੰ ਮੈਂ ਤੁਹਾਡੇ ਪਿਤਾ ਦੇ ਵੱਲੋਂ ਘੱਲਾਂਗਾ, ਅਰਥਾਤ ਸੱਚਾਈ ਦਾ ਆਤਮਾ ਜਿਹੜਾ ਪਿਤਾ ਵਿੱਚੋਂ ਨਿਕਲਦਾ ਹੈ, ਤਾਂ ਉਹ ਮੇਰੇ ਹੱਕ ਵਿੱਚ ਗਵਾਹੀ ਦੇਵੇਗਾ। ਹਾਂ ਅੱਛਾ, ਹੁਣ ਇਹ ਦੇਖੋ ਅੱਛਾ, ਇਹ ਬਾਅਦ ਵਿੱਚ ਐਡ ਕੀਤਾ ਗਿਆ। ਇਹ ਰਿਵਾਈਜ਼ਡ ਜਿਹੜਾ ਹੁਣ ਚੌਥੀ ਸਦੀ ਤੋਂ ਬਾਅਦ, ਕਿਉਂਕਿ ਪਹਿਲੇ ਇਹੀ ਸੀ ਕਿ ਪਿਤਾ ਪੁੱਤਰ ਦਾ ਇੱਕ ਹੋਰ ਸੀ ਅਕੀਦਾ, ਉਹਦੇ ਵਿੱਚ ਗੱਲ ਕਲੀਅਰ ਨਹੀਂ ਸੀ ਹੋ ਰਹੀ। ਫਿਰ ਇਹ ਲੋਕਾਂ ਕਿਹਾ ਕਿ ਭਾਈ ਪਿਤਾ ਪੁੱਤਰ ਠੀਕ ਨੇ ਤੇ ਫਿਰ ਇਹਨੂੰ ਪਵਿੱਤਰ ਆਤਮਾ ਦਾ ਕੀ ਰੋਲ ਹੋਇਆ। ਸੋ ਇਸ ਆਇਤ ਦੇ ਤਾਈਂ ਪ੍ਰਭੂ ਯਿਸੂ ਦੀ ਇਸ ਕਿ ਮੈਂ ਪਿਤਾ ਕੋਲ ਜਾਣਾ, ਤੇ ਜਿਸ ਤਰੀਕੇ ਨਾਲ ਪ੍ਰਭੂ ਯਿਸੂ ਨੇ ਨਹੀਂ ਕਿਹਾ ਉਹ ਸੰਤ ਯਹੋਨਾ ਦੇ ਵਿੱਚ ਕਿ ਮੈਂ ਪਿਤਾ ਵਿੱਚੋਂ ਨਿਕਲ ਕੇ ਆਇਆ, ਠੀਕ ਹੈ। ਸੋ ਫਿਰ ਇਸੇ ਤਰੀਕੇ ਨਾਲ ਹੋਲੀ ਸਪਿਰਿਟ ਨੂੰ ਵੀ ਪਿਤਾ ਨਾਲ ਲਿੰਕ ਕੀਤਾ ਗਿਆ ਕਿ ਉਹ ਵੀ ਪਿਤਾ ਵਿੱਚੋਂ ਆਏਗਾ, ਨਿਕਲ ਕੇ ਆਏਗਾ, ਠੀਕ ਹੈ। ਯਾਨੀ ਇਹ ਜਿਹੜਾ ਅਸੀਂ ਸਵਾਲ ਕਿ ਬਈ ਕਿੱਦਾਂ ਪਵਿੱਤਰ ਆਤਮਾ ਪਿਤਾ ਤੇ ਪੁੱਤਰ ਵਿੱਚੋਂ ਨਿਕਲਦਾ ਹੈ ਤਿੰਨੋਂ ਇੱਕ ਨੇ। ਕਿਉਂਕਿ ਜਦੋਂ ਹੋਰ ਬਾਈਬਲ ਅਸੀਂ ਪੜ੍ਹਨੇ ਆ ਤੇ ਲੋਕਾਂ ਨੇ ਜਿਉਂ-ਜਿਉਂ ਸਟੱਡੀ ਕੀਤੀ ਉਹਨਾਂ ਕਿਹਾ ਗੱਲ ਇਹ ਹੈ ਐਟਰੀਬਿਊਟਸ ਜਾਂ ਖੂਬੀਆਂ ਦੇ ਮੁਤਲਕ ਕਿ ਗੱਲ ਇਹ ਹੈ ਕਿ ਪਿਤਾ ਵੀ ਇਟਰਨਲ ਹੈ। ਪੰਜਾਬੀ ਦੇਖਣਾ ਪਿਤਾ ਸਦੀਪ, ਉਹ ਸਦੀਪਕ ਹੈ, ਯਾਨੀ ਜ਼ਬੂਰ 90 ਦੀ ਦੋਜ ਹੈ। ਫਿਰ ਉਹਨਾਂ ਵੇਖਿਆ ਕਿ ਇਹ ਜਿਹੜਾ ਪੁੱਤਰ ਜਿਹਨੂੰ ਪ੍ਰਭੂ ਯਿਸੂ ਅਸੀਂ ਕਹਿ ਲਓ ਉਹ ਵੀ ਸਦੀਪਕ ਹੈ, ਯਾਨੀ ਰੈਵੋਲੇਸ਼ਨ 1 ਦੀ 17 ਤੇ 18। ਫਿਰ ਉਹਨਾਂ ਨੇ ਕਿਹਾ ਕਿ ਭਈ ਜੇ ਇਹ ਨੇ ਤੇ ਬਾਈਬਲ ਤੇ ਇਹ ਦੱਸਦੀ ਹੈ ਇਬਰਾਨੀਓ 9 ਦੀ 14 ਕਿ ਹੋਲੀ ਸਪਿਰਿਟ ਵੀ ਜਿਹੜਾ ਹੈ ਉਹ ਇਟਰਨਲ ਹੈ, ਸਦਾ ਦਾ, ਯਾਨੀ ਆਪਸ ਵਿੱਚ ਇਹਨਾਂ ਦਾ ਏਕਤਾ ਵੇ। ਇਬਰਾਨੀਆਂ 9 ਦੀ 14। ਇਹ ਹੁਣ ਥੋੜਾ ਜਿਹਾ ਪੜ੍ਹ ਦਿਓ, ਇਹ ਮਤਲਬ ਬਹੁਤ ਹਵਾਲੇ ਨੇ ਕਿ ਕਿਸ ਤਰੀਕੇ ਨਾਲ ਇਹ ਇਟਰਨਲ ਨੇ। ਗੱਲ ਤੇ ਇਟਰਨਲ ਦੀ ਹੋ ਰਹੀ ਹੈ, ਯਾਨੀ ਸਦਾ, ਇਹ ਸ਼ੁਰੂ ਤੋਂ ਇੱਕ ਸਨ, ਠੀਕ ਹੈ, ਲੇਕਿਨ ਅਲੱਗ-ਅਲੱਗ ਇਹਨਾਂ ਦੇ ਰੋਲ ਨੇ। ਤੇ ਇਹ ਥੋੜਾ ਜਿਹਾ ਪੜ੍ਹ ਦਿਓ। ਕਿੰਜ ਪਿਤਾ ਇਟਰਨਲ ਹੈ, ਕਿੰਜ ਪ੍ਰਭੂ ਯਿਸੂ ਮਸੀਹ ਵੀ ਇਟਰਨਲ ਨੇ, ਤੇ ਕਿੰਜ। ਸੋ ਇਹੋ ਜਿਹੀਆਂ ਜਦੋਂ ਸਟੱਡੀਜ਼ ਹੋਰ ਡੀਪ ਹੋਈਆਂ ਤੇ ਫਿਰ ਲੋਕਾਂ ਨੇ ਸਵਾਲ ਚੁੱਕਿਆ ਕਿ ਇਹ ਵੀ ਇਟਰਨਲ ਹੈ, ਪਰ ਇਹਨੂੰ ਤੁਸੀਂ ਬਿਆਨ ਨਹੀਂ ਕਰਦੇ, ਤੇ ਬਿਆਨ ਕਰੋਗੇ ਤਾਂ ਲੋਕ ਵਿਸ਼ਵਾਸ ਕਰਨਗੇ, ਠੀਕ ਹੈ। ਇਹਨੂੰ ਪੜ੍ਹ ਇਬਰਾਨੀਆਂ 9। ਹਾਂ, ਫਿਰ ਹੋਰ ਸਵਾਲ ਜਿਹੜੇ ਵੀ ਹੋ ਸਕੇ ਆਪਾਂ ਕਰ ਲਾਂਗੇ, ਕੋਈ ਗੱਲ ਨਹੀਂ, ਠੀਕ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਇਬਰਾਨੀਆਂ 9 ਦੀ 14। ਇਹ ਅਸੀਂ ਕੀ ਦੇਖਣ ਜਾ ਰਹੇ ਹਾਂ ਸਰ? ਇਟਰਨਲ ਹੈ ਪਵਿੱਤਰ ਆਤਮਾ, ਇਹ ਤ੍ਰਿਏਕ ਪਰਮੇਸ਼ਵਰ ਇੰਟਰਨਲ ਨੇ। ਹਾਂਜੀ, ਇਟਰਨਲ ਮੀਨਸ ਸਦਾ ਦੇ, ਨਾ ਇਹਨਾਂ ਦੀ ਕੋਈ ਸ਼ੁਰੂਆਤ ਹੈ ਤੇ ਨਾ ਕੋਈ ਐਂਡ ਹੈ, ਆਦ ਤੋਂ ਨੇ। ਹਾਂ ਜੀ, ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਇਬਰਾਨੀਆਂ 9 ਦੀ 14। ਇਸ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਹ ਪਵਿੱਤਰ ਆਤਮਾ ਲਈ ਜੀ, ਤਾਂ ਕਿਹਨਾਂ ਹੀ ਵਧੀਕ ਮਸੀਹ ਦਾ ਲਹੂ ਜਿਨ੍ਹਾਂ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਰ ਦੇ ਅੱਗੇ ਚਲਾਇਆ, ਤੁਹਾਡੇ ਅੰਤःਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰਕੇ ਕਰੇਗਾ ਕਿ ਤੁਸੀਂ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਕਰੋ। ਹਾਂਜੀ, ਇੱਥੇ ਲਿਖਿਆ ਜਿਨ੍ਹਾਂ
ਨੇ ਸਦੀਪਕ ਆਤਮਾ ਦੇ ਰਾਹੀਂ। ਹਾਂ, ਤੇ ਇਸ ਲਈ ਇਹ ਉਹ ਚੀਜ਼ਾਂ ਨੇ ਜਿਸ ਤਰੀਕੇ ਨਾਲ ਫਿਰ ਭਈ ਜਿੰਜ ਪਿਤਾ ਸਭ ਕੁਝ ਜਾਣਦਾ ਹੈ, ਠੀਕ ਹੈ। ਐਗਜ਼ਾਮਪਲ ਇੱਕ ਦੇ ਦਿੰਦੇ ਹਾਂ, ਹਾਂਜੀ। ਜਰਮਾਇਆ 17:10 ਵਿੱਚ ਕਿ ਪਿਤਾ ਸਭ ਕੁਝ ਜਾਣਦਾ ਹੈ। ਇੰਝ ਹੀ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਉਹ ਵੀ ਸਭ ਕੁਝ ਜਾਣਦੇ ਨੇ। ਪ੍ਰਕਾਸ਼ ਦੀ ਪੋਥੀ 2 ਦੀ 23 ਵਰਸ, ਰੈਵਲੇਸ਼ਨ 2:23। ਔਰ ਇੰਝ ਹੀ ਪਵਿੱਤਰ ਆਤਮਾ ਵੀ ਸਾਰਾ ਕੁਝ ਮੇਰਾ ਮਤਲਬ ਹੈ ਉਹ ਜਾਣਦਾ ਹੈ ਨਾ। ਪਹਿਲਾ ਕਰੰਥੀਆਂ 2:11 ਨਹੀਂ ਨੇ ਕਿ ਪਵਿੱਤਰ ਆਤਮਾ ਪਰਮੇਸ਼ਵਰ ਦੀਆਂ ਡੂੰਘੀਆਂ ਗੱਲਾਂ, ਸੋ ਉਹ ਵੀ ਸਭ ਕੁਝ ਜਾਣਦਾ ਹੈ। ਸੋ ਇਹ ਇੱਕ ਗੱਲ ਸੀ ਜਿਹੜੀ ਪੁਰਾਣੇ ਕਰੀਡ, ਅਪੋਸਲ ਕਰੀਡ ਦੇ ਵਿੱਚ ਨਹੀਂ ਸੀ, ਤੇ ਇਹ ਰਿਵਾਈਜ਼ ਦੇ ਵਿੱਚ ਪਾਈਆਂ ਗਈਆਂ ਜਦੋਂ ਲੋਕਾਂ ਨੇ ਸਟੱਡੀ ਕੀਤੀ। ਬਾਈਬਲ ਤੇ ਇਹੀ ਸੀ, ਠੀਕ ਹੈ ਨਾ। ਹਾਂਜੀ। ਤੇ ਉਹਦੇ ਵਿੱਚ ਫਿਰ ਤੁਹਾਨੂੰ ਪਤਾ ਹੈ 16ਵੀਂ ਕਿਹੜੀ ਸਦੀ 'ਚ 1600 ਸਾਲ ਬਾਅਦ ਇਹ ਕਿਤਾਬੀ ਸ਼ਕਲ ਵਿੱਚ ਆਈ ਸੀ, ਹੈ ਨਾ। ਹਾਂਜੀ। ਉਦੋਂ ਫਿਰ ਲੋਕਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ ਚੀਜ਼ਾਂ ਸ਼ੁਰੂ ਹੋ ਗਈਆਂ, ਠੀਕ ਹੈ। ਸੋ ਫਿਰ ਉਹਨਾਂ ਨੇ ਕਲਾਮ ਵਿੱਚੋਂ ਹੀ ਇਹ ਚੀਜ਼ਾਂ ਨੂੰ ਪਾਇਆ। ਸੋ ਬਹੁਤ ਕੁਝ ਇਹਦੇ ਦੇਖ। ਇੱਕ ਤਾਂ ਇਹ ਗੱਲ ਹੈ, ਹਮੇਸ਼ਾ ਇੱਕ ਚੀਜ਼ ਸਾਡੇ ਜ਼ਿਹਨਾਂ 'ਚ ਹੋਣੀ ਚਾਹੀਦੀ ਹੈ, ਔਰ ਇਹ ਵੇ ਕਿ ਅਸੀਂ ਸਭ ਕੁਝ ਉਸ ਅਸੀਮਤ ਗੋਡ ਦੇ ਮੁਤਲਕ ਨਹੀਂ ਜਾਣ ਸਕਦੇ, ਯਾਨੀ ਪਿਤਾ, ਪੁੱਤਰ, ਪਵਿੱਤਰ ਆਤਮਾ, ਠੀਕ ਹੈ। ਇਹ ਅਜ਼ਾਇਆ 55 ਦੀ 8 ਤੇ 9 ਆਇਤ, ਠੀਕ ਹੈ। ਹਾਂਜੀ। ਅਸੀਂ ਸਾਰਾ ਕੁਝ ਨਹੀਂ ਜਾਣ ਸਕਦੇ। ਤੇ ਡਿਟੋਰਨਮੀ ਬਵਸਤਾ ਸਾਰ 6:4 ਵਿੱਚ ਲਿਖਿਆ, ਸੋਹਣਾ ਹੈ ਇਸਰਾਈਲ ਤੇਰਾ ਖੁਦਾਵੰਦ ਖੁਦਾ ਇੱਕੋ ਹੀ ਪਰਮੇਸ਼ਵਰ ਹੈ। ਅਸਲ ਵਿੱਚ ਫਿਰ ਯਸਾਇਆ 48 ਉਹਦੀ ਤੁਸੀਂ 12 ਤੋਂ 16 ਦੇ ਵਿੱਚ ਵੇਖ ਲਓ। ਇਹ 3 ਅਲੱਗ-ਅਲੱਗ ਨਜ਼ਰ ਆਉਂਦੇ ਨੇ, ਅਲੱਗ-ਅਲੱਗ ਰੂਹਾਨੀ ਸ਼ਖਸ ਨੇ। ਹੁਣ ਅਸੀਂ ਟ੍ਰਿਨਿਟੀ 'ਚ ਨਹੀਂ ਜਾਣਾ ਚਾਹੁੰਦੇ, ਉਹਨੂੰ ਉਹ ਵੱਖਰਾ ਰੱਖ ਲਾਂਗੇ। ਲੇਕਿਨ ਇਹਦੇ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਜਿੱਥੇ ਉਤਪਤੀ 'ਚ ਦੇਖ ਲਓ ਐਲੋਹੀਮ, ਜਦੋਂ ਇਹ ਸਾਰਾ ਕੁਝ ਦੁਬਾਰਾ ਰਚਣਾ ਸੀਗਾ, ਤੇ ਕੀ ਲਿਖਿਆ ਦੂਸਰੀ ਆਇਤ, ਪਰਮੇਸ਼ਵਰ ਦੀ ਆਤਮਾ ਪਾਣੀ ਦੀ ਸਤ੍ਹਾ ਉੱਤੇ ਹਾਵਰ ਕਰ ਰਹੀ ਸੀ, ਝੁੰਬਸ਼ ਕਰ ਰਹੀ ਸੀ। ਪਰਮੇਸ਼ਵਰ ਮੌਜੂਦ ਹੈ। ਉਹਦੇ ਬਾਅਦ ਉਹਨੇ ਵਚਨ ਬੋਲਿਆ, ਪ੍ਰਭੂ ਯਿਸੂ ਵਚਨ ਹੈ। ਫਿਰ ਉਹ ਅੱਗੇ ਚਲੇ ਜਾਂਦੇ ਨੇ, ਉਤਪੁਤ ਪਦਾਇਸ਼ 1:26 ਤੋਂ ਆਓ ਅਸੀਂ, ਮਤਲਬ ਹੈ ਪਤਾ ਜੀ। ਅੱਛਾ, ਆਪਣੇ ਪਹਿਲੀ ਆਇਤ ਵਿੱਚ ਵੀ ਜਿਹੜਾ ਲਿਖਿਆ ਨਾ, ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਐਲੋਹੀਮ ਨੇ ਸਵਰਗ ਅਤੇ ਧਰਤੀ ਰਚੇ ਜੀ। ਉਹ ਹੀਬਰੂ ਦੇ ਵਿੱਚ ਐਲੋਹੀਮ ਹੈ ਬਾਈਬਲ ਦੇ ਵਿੱਚ। ਐਲੋਹੀਮ ਕੌਣ ਹੈ? ਟ੍ਰਾਇਨ। ਉਹ ਮਤਲਬ ਕਿ ਉਹ ਐਲ ਮਤਲਬ ਹੈਗਾ ਆ ਸਿੰਗੂਲਰ, ਤੇ ਐਲੋਹੀਮ ਵਿੱਚ ਆ ਜਾਂਦਾ ਉਹ ਮਤਲਬ ਅੱਛਾ, ਇਹਦਾ ਮਤਲਬ ਇਹ ਬਹੁਤ ਸੋਹਣੀ ਗੱਲ ਕੀਤੀ ਹੈ। ਯਸਾਇਆ 6:4 ਵਿੱਚ ਲਿਖਿਆ ਕਿ ਇੱਕੋ ਹੀ ਪਰਮੇਸ਼ਵਰ ਹੈ। ਇਹਦਾ ਮਤਲਬ ਹੈ ਗੋਡ ਜਿਹੜਾ ਹੈ ਇਹ ਪਲੂਰੈਲਿਟੀ 'ਚ ਆ ਰਿਹਾ ਹੈ। ਹਾਂਜੀ। ਐਲੋਹੀਮ ਸਿੰਗੂਲਰ ਹੈ, ਲੇਕਿਨ ਗੋਡ ਜਿਹੜਾ ਹੈ ਗ੍ਰਾਮਰ ਵਿੱਚ ਪਲੂਰੈਲਿਟੀ 'ਚ ਹੈ, ਯਾਨੀ ਐਲੋਹੀਮ ਪਲੂਰਲ ਹੈ, ਪਲੂਰਲ ਨੇਮ ਹੈ, ਠੀਕ ਹੈ। ਠੀਕ ਹੈ। ਤੇ ਇਸ ਲਈ ਜੀ ਸਰ, ਹਾਂਜੀ ਬਸ ਉਹੀ ਮੈਂ ਦੇਖ ਸੀ, ਐਲੋਹੀਮ ਪਲੂਰਲ ਨੇਮ ਹੈ, ਠੀਕ ਹੈ ਨਾ। ਇਸ ਲਈ ਉਹਦੇ ਵਿੱਚ ਸ਼ਰਾਕਤ ਪਾਈ ਜਾਂਦੀ ਹੈ। ਵਾਹਿਦ ਹੈ, ਲੇਕਿਨ ਗ੍ਰਾਮਰ ਦੇ ਵਿੱਚ ਜਿਹੜਾ ਉਹਦਾ ਨਾਮ ਸੀਗਾ ਹੈਗਾ ਉਹ ਪਲੂਰਲ, ਠੀਕ ਹੈ। ਐਨੀਵੇ, ਜੋ ਪਿਤਾ, ਪੁੱਤਰ, ਪਵਿੱਤਰ ਆਤਮਾ ਦਾ ਉਹ ਪਹਿਲੀ ਆਇਤ ਦੇ ਵਿੱਚ ਜੈਨਸਿਸ ਦੀ ਉਤਪਤੀ ਦੀ ਪਹਿਲੀ ਆਇਤ ਤਿੰਨੇ ਹੀ ਮੌਜੂਦ ਨੇ। ਬਪਤਿਸਮਾ ਹੋਇਆ ਪ੍ਰਭੂ ਯਿਸੂ ਮਸੀਹ ਦਾ ਮਤੀ 3 ਦੇ ਵਿੱਚ, ਹੈ 13 ਤੋਂ ਉੱਥੇ ਵੇਖੋ ਪ੍ਰਭੂ ਯਿਸੂ ਖਲੋਤੇ ਨੇ, ਆਸਮਾਨ ਖੁੱਲ ਗਿਆ, ਪਵਿੱਤਰ ਆਤਮਾ ਕਬੂਤਰ ਦੀ ਸ਼ਕਲ ਵਿੱਚ ਆ ਗਿਆ, ਤੇ ਸਵਰਗ ਤੋਂ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਹਦੇ ਤੋਂ ਮੈਂ ਪਸੰਦ ਆ ਜਾਂ ਖੁਸ਼। ਤਿੰਨੇ
ਹਾਂ ਤਿੰਨ ਵੱਖਰੇ ਬੈਨੇਡਿਕਸ਼ਨ ਵਿੱਚ ਕੀ ਬੋਲਦੇ ਹੋ ਸਰ? ਹਾਂਜੀ ਬਿਲਕੁਲ ਦੂਸਰਾ ਗ੍ਰੰਥੀਆਂ ਆਖਰੀ ਚੈਪਟਰ ਦੀ 14 ਕਿ ਹੁਣ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਹੂੰ ਪਿਤਾ ਦਾ ਪਿਆਰ ਹਾਂਜੀ। ਤੇ ਪਵਿੱਤਰ ਆਤਮਾ ਦੀ ਸੰਗਤੀ ਹੂੰ ਸਾਡੇ ਤੇ ਸਾਰਾ। ਸੋ ਇਹ ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਬਪਤਿਸਮਾ ਜਦੋਂ ਦਿੰਦੇ ਆ, ਹੂੰ ਪ੍ਰਭੂ ਯਿਸੂ ਕਿਹਾ ਜਾਓ ਜਾ ਕੇ ਚੇਲੇ ਬਣਾਓ ਹੂੰ ਤੇ ਉਹਨਾਂ ਨੂੰ ਪੁੱਤਰ ਪਿਤਾ ਪੁੱਤਰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਵਾਂ ਤੋਂ ਨਹੀਂ, ਨਾਂ ਤੋਂ ਹੂੰ ਬਪਤਿਸਮਾ ਤੋਂ। ਸੋ ਇਹ ਚੀਜ਼ ਐਸੀ ਹੈ ਕਿ ਫਿਰ ਵੀ ਉਹ ਯਸਾਇਆ 55 ਦੀ 8 ਤੇ 9 ਤੇ ਪੜੋ ਜ਼ਰਾ ਹਾਂਜੀ ਕਿ ਉਹ ਕੀ ਹੈ। ਇਹ ਸਾਡੇ ਲਈ ਹੈ। ਅੱਛਾ, ਹੁਣ ਉਸ ਰੱਬ ਦੇ ਬਾਰੇ 'ਚ ਅਸੀਂ ਉਨਾ ਹੀ ਜਾਣ ਸਕਨੇ ਜਿਹੜਾ ਪਵਿੱਤਰ ਆਤਮਾ ਆਪਣੇ ਵਚਨ ਦੇ ਥਾਈਂ ਸਾਨੂੰ ਦੱਸ ਸਕਦਾ ਹੈ, ਵਰਨਾ ਅਸੀਂ ਕੋਲੋਂ ਅਸੀਮਤ ਜਾਂ ਅਨਲਿਮਿਟਿਡ ਗੋਡ ਦੇ ਬਾਰੇ 'ਚ ਨਹੀਂ ਜਾਣ ਸਕਦੇ। ਸਾਡੀ ਅਕਲ ਹੀ ਨਹੀਂ ਉਹ ਪੜ੍ਹਦੇ ਹੋ। ਇਸ ਲਈ ਇਹ ਥੋੜਾ ਜਿਹਾ ਹਾਲੇਲੂਇਆ। ਹਾਂਜੀ ਪੜ੍ਹਦੇ ਹਾਂ ਜੀ। ਯਸਾਇਆ 55 ਦੀ 8 ਤੇ 9 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਜੀ ਸਰ। ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਕੌਣ ਕਹਿ ਰਿਹਾ? ਪਰਮੇਸ਼ਰ ਕਹਿ ਰਿਹਾ, ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾ ਦਾ ਵਾਕ ਹੈ। ਜਿਵੇਂ ਆਕਾਸ਼ ਧਰਤੀ ਤੋਂ ਉੱਚਾ ਹੈ, ਹਾਲੇਲੂਇਆ। ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ ਅਤੇ ਮੇਰਾ ਖਿਆਲ ਤੁਹਾਡੇ ਖਿਆਲਾਂ ਤੋਂ ਉੱਚਾ ਹੈ। ਠੀਕ ਹੈ, ਹਾਂਜੀ ਇਹ ਤੇ ਪੱਕੀ ਗੱਲ ਹੈ। ਹੁਣ ਅਸੀਂ ਉਹੀ ਕੁਝ ਬਿਆਨ ਕਰ ਸਕਦੇ ਹਾਂ ਜੋ ਪਵਿੱਤਰ ਆਤਮਾ ਨੇ ਇਸ ਬਾਣੀ ਦੇ ਵਿੱਚ ਲਿਖਵਾ ਦਿੱਤਾ। ਠੀਕ ਜੀ। ਸੋ ਇਹ ਸਵਾਲ ਫਿਰ ਆ ਜਾਓ ਕੀ ਸੀ, ਤਾਂ ਕਿ ਉਹਦੇ 'ਚ ਮਜ਼ੀਦ ਦੇਖ ਲਈਏ। ਹਾਂਜੀ ਆਪਣੇ ਜੀ ਇਹ ਜੀ ਆਪਣੇ ਇੰਟਰਨਲ ਪ੍ਰੋਸੈਸ਼ਨ ਆਫ ਦਾ ਹੋਲੀ ਸਪਿਰਿਟ, ਮਤਲਬ ਕਿ ਜਿਹੜਾ ਪਵਿੱਤਰ ਆਤਮਾ ਦਾ ਮਤਲਬ ਕਿ ਉਹ ਉਹਦਾ ਕੀ ਰੋਲ ਹੈ, ਕਿਸ ਤਰ੍ਹਾਂ ਉਹ ਸੰਬੰਧ ਰੱਖਦੇ ਹਨ ਪਿਤਾ ਤੇ ਪਵਿੱਤਰ ਆਤਮਾ ਦੇ ਨਾਲ। ਹਾਂਜੀ ਇੰਟਰਨਲ ਪ੍ਰੋਸੈਸ਼ਨ ਦੇ ਵਿੱਚ ਜਿਹੜਾ ਉਹਨਾਂ ਦਾ ਉਹਨਾਂ ਦੀ ਜੋ ਉਹਨਾਂ ਦਾ ਕੰਮ ਹੈਗਾ ਉਹਦੇ ਠੀਕ। ਵਿੱਚ। ਸੋ ਇਹ ਅਸੀਂ ਦੇਖ ਲਿਆ। ਹੂੰ ਹੋਰ ਇਹਦੇ 'ਚ ਕੋਈ ਸਵਾਲ ਹੋਵੇ ਗੁਰਸ਼ਰਨ ਸਾਹਿਬ? ਕੋਈ ਸਵਾਲ? ਮੈਨੂੰ ਲੱਗਦਾ ਹੈ ਜਿਹੜਾ ਆਪਾਂ ਇੰਟਰਨਲ ਕਰਦੇ ਉੱਚੀ ਆਪਾਂ ਬੋਲੋ। ਅੰਦਰੂਨੀ ਆ। ਨਹੀਂ ਇਟਰਨਲ ਸਦੀਪਕ ਸਦੀਪਕ ਹੈ। ਅੱਛਾ ਸਦਾ ਲਈ। ਸਦਾ ਲਈ। ਹਾਂ, ਉਹ ਇੰਗਲਿਸ਼ ਦਾ ਹੈਗਾ ਜੀ। ਹਾਂਜੀ ਅਬਦੀ ਲਫ਼ਜ਼ ਹੈ, ਅਬਦੀਅਤ। ਹਾਂਜੀ, ਅਬਦੀ ਯਾਨੀ ਜਿਹਦਾ ਨਾ ਕੋਈ ਸ਼ੁਰੂਆਤ ਨਾ ਕੋਈ ਹੈ। ਇਹ ਹੈ ਨੇ ਤੇ ਸਦਾ ਲਈ, ਹਾਂਜੀ ਬਾਕੀ ਕੋਈ ਚੀਜ਼ ਹਾਂਜੀ ਜੀ। ਇਟਰਨਲ ਸੋ ਜਿਹੜਾ ਇਹਨਾਂ ਦਾ ਰਿਸ਼ਤਾ ਆਪਸ ਵਿੱਚ ਹਾਂਜੀ ਰਿਸ਼ਤਾ ਹੈਗਾ, ਰਿਸ਼ਤਾ ਸਦੀਪਕ ਹੈਗਾ, ਇਟਰਨਲ ਹੈ ਜੀ, ਔਰ ਇਹਨਾਂ ਦਾ ਮਕਸਦ ਵੀ ਇੱਕ ਹੀ eternal ਹੈ। ਹਾਂਜੀ ਇੱਕੋ ਹੀ ਆ, ਔਰ ਰੋਲ ਅਲੱਗ ਅਲੱਗ ਨੇ। ਹਾਂ ਰੋਲ ਅਲੱਗ ਹੈ ਔਰ ਮਕਸਦ ਇੱਕੋ ਹੀ ਹੈ, ਔਰ ਮਕਸਦ ਵੀ ਇਟਰਨਲ ਹੈ। ਤੇ ਕਦੀ ਇਹਨਾਂ ਦੇ ਵਿੱਚ ਕਲੈਸ਼ ਨਹੀਂ ਹੋਇਆ। Clash ਨਹੀਂ ਹੋਇਆ। ਕੀ ਬਾਤ ਹੈ। ਹਾਂਜੀ ਹਾਂਜੀ ਤੇ ਇਸ ਤਰ੍ਹਾਂ ਇਹ ਯਗਾਨਗਤ ਜਾਂ ਇਹਨੂੰ ਯੂਨਿਟੀ ਆਪਸ ਵਿੱਚ ਹੁੰਦੀ ਹੈ, ਕਿਉਂਕਿ ਪਿਤਾ ਆਪਣਾ ਰੋਲ ਵਿੱਚ ਕੰਮ ਕਰ ਰਿਹਾ ਹੈ, ਪ੍ਰਭੂ ਯਿਸੂ ਆਪਣੇ ਰੋਲ ਵਿੱਚ ਨੇ, ਪਵਿੱਤਰ ਆਤਮਾ ਆਪਣੇ ਰੋਲ ਵਿੱਚ, ਲੇਕਿਨ ਇਹ ਤਿੰਨ ਜਿਹੜੇ ਨੇ ਇੱਕੋ ਹੀ ਪ੍ਰੋਜੈਕਟ ਉੱਤੇ ਕੰਮ ਕਰ ਰਹੇ। ਬਾਈਬਲ ਵਿੱਚ ਗੱਲ ਫਿਰ ਥੋੜੀ ਜੀ ਟ੍ਰਿਨਿਟੀ ਵਾਲੇ ਪਾਸੇ ਆ ਰਹੀ ਹੈ, ਕਿਉਂਕਿ ਸਵਾਲ ਤੁਹਾਡਾ ਪਵਿੱਤਰ ਆਤਮਾ ਦਾ ਹੈ। ਤੇ ਬਾਈਬਲ ਵਿੱਚ 8 ਜਗ੍ਹਾਵਾਂ ਐਸੀਆਂ ਨੇ ਜਿਹਦੇ 'ਚ ਅਸੀਂ ਵੇਖ ਸਕਦੇ ਹਾਂ ਕਿ ਤਿੰਨੇ ਇਕੱਠੇ ਹੀ ਕੰਮ ਕਰਨ ਦੇ ਨੇ, ਪਰ ਦੈਟ ਇਜ਼ ਉਸ ਟਾਪਿਕ ਤੋਂ ਅਸੀਂ ਨਿਕਲ ਜਾਵਾਂਗੇ। ਕੀ ਖਿਆਲ ਹੈ? ਹਾਂਜੀ ਦੇਖ ਲੈਂਦੇ ਦੇਖ ਲੈਂਦੇ ਹੋ ਤਾਂ ਫਿਰ ਥੋੜਾ। ਹਾਂਜੀ ਹਾਂਜੀ, ਫਿਰ ਇਹ ਦੇਖੋ ਕ੍ਰੀਏਸ਼ਨ ਦੇ ਵਿੱਚ ਤੁਸੀਂ ਲਿਖੋ ਇੱਕ ਜਿਹੜਾ ਯੋਹੰਨਾ 15 ਦੀ 26 ਹੈਗਾ, ਇਹ ਮਤਲਬ ਕਿ ਬਾਅਦ ਵਿੱਚ ਕਿਸ ਤਰ੍ਹਾਂ ਮਤਲਬ ਪਹਿਲਾਂ ਮਤਲਬ ਯੋਹੰਨਾ ਨੇ ਇਹ ਨਹੀਂ ਸੀ ਲਿਖਿਆ, ਬਾਅਦ ਵਿੱਚ ਨਹੀਂ ਇਹ ਲਿਖਿਆ ਸੀ। ਅੱਛਾ ਅੱਛਾ ਦੇਖੋ ਨਾ, ਇਹ ਬੁੱਕਸ ਤੇ ਯੋਹੰਨਾ ਪਹਿਲੀ ਸਦੀ ਮਤਲਬ 100 ਸਾਲ, ਹਾਂ ਤੇ ਇਹ ਤੇ ਕਿਤਾਬਾਂ ਲਿਖੀਆਂ ਗਈਆਂ ਨੇ। ਤੁਹਾਨੂੰ ਪਤਾ ਹੈ ਪ੍ਰਭੂ ਯਿਸੂ ਮਸੀਹ ਜੂੰ ਹੀ ਸਵਰਗਾਂ ਤੇ ਚੁੱਕੇ ਗਏ ਤੇ ਉੱਥੋਂ ਤੇ ਕੈਲੰਡਰ ਸ਼ੁਰੂ ਹੋ ਗਿਆ ਨਾ। ਹਾਂਜੀ। ਤੇ ਉਹਦੇ ਬਾਅਦ ਇਹ ਜਿਸ ਤਰ੍ਹਾਂ 68 ਦੇ ਵਿੱਚ ਹੀ ਇਹ ਪ੍ਰਕਾਸ਼ ਦੀ ਪੋਥੀ ਵਗੈਰਾ ਲਿਖੀ ਗਈ, ਤੇ ਉਸ ਤੋਂ ਪਹਿਲੇ ਇਹ ਸਾਰੀਆਂ ਚੀਜ਼ਾਂ ਤੇ ਆ ਗਈਆਂ ਸਨ। ਹਾਂਜੀ ਲੇਕਿਨ ਕਿਤਾਬੀ ਸ਼ਕਲ ਜਿਹੜੀ ਸੀ ਉਹ 1600 ਸਾਲ ਲੱਗੇ ਸਨ ਉਹਨੂੰ ਜੋੜਨ ਲਈ। ਇਹਨੇ ਤੁਸੀਂ ਕੁਝ ਕਿਹਾ ਸੀਗਾ ਯੋਹੰਨਾ 15 ਦੀ 26। ਹਾਂ, ਉਹ ਜਦੋਂ ਉਹਨਾਂ ਨੇ ਇਹ ਕ੍ਰੀਡ ਬਣਾਈ, ਜਦੋਂ ਇਹ ਪ੍ਰੋਬਲਮ ਆਈ, ਉਹਦੇ ਵਿੱਚ ਇਸ ਚੀਜ਼ ਨੂੰ ਕਲੀਅਰ ਨਹੀਂ ਸੀ, ਪਵਿੱਤਰ ਆਤਮਾ ਦੇ ਰੋਲ ਨੂੰ, ਕਿ ਵੀ ਇਹਦਾ ਕੀ ਰੋਲ ਹੈ ਸਦੀਪਕ।
ਉਹ ਫਿਰ ਫਿਰ ਇਹ ਫਿਰ ਮਤਲਬ ਯਿਸੂ ਨੇ ਕਿਹਾ ਨਹੀਂ ਸੀਗਾ ਇਹ ਗੱਲ ਆਪੇ ਲਿਖੀ ਆ ਨਹੀਂ, ਹਾਂ। ਇਹ ਅਗਰ ਤੁਸੀਂ ਬਾਈਬਲ ਵਿੱਚ ਦੇਖੋ ਰੈੱਡ ਲਾਈਟਰਸ ਵਿੱਚ ਯਿਸੂ ਨੇ ਲਿਖੀ ਹੈ, ਹਾਂ ਉਹ ਨਹੀਂ ਪਾਈ ਉਹਨਾਂ ਨੇ, ਕਲੀਅਰ ਨਹੀਂ ਸੀ। ਹੂੰ ਹੂੰ ਇਸ ਲਈ ਇਹ ਕੁਐਸਚਨ ਉੱਠਦਾ ਹੁੰਦਾ ਸੀ ਕਿ ਪਿਤਾ ਪੁੱਤਰ ਤੇ ਠੀਕ ਨੇ। ਦੇਖੋ ਨਾ, ਅਸਲ ਵਿੱਚ ਇਹ ਸੀ ਕਿ ਚੇਲਿਆਂ ਨੇ ਜਦੋਂ ਪਾਲੂਸ ਰਸੂਲ ਨੇ ਬੈਨਾਡਿਕਸ਼ਨ ਦੂਸਰਾ ਕਰੰਥੀਆਂ ਦਾ ਆਖਰੀ ਚੈਪਟਰ ਹੂੰ ਹੂੰ ਹੁਣ ਕੱਢ ਲਓ ਜ਼ਰਾ, ਹੈ ਨਾ, ਹੂੰ ਉਹਦੇ ਵਿੱਚ ਪਹਿਲਾ ਜਿਹੜਾ ਲਾਈਨ ਆਫ ਅਥਾਰਟੀ ਹੈ ਪਿਤਾ ਹੋਣਾ ਚਾਹੀਦਾ ਨਾ। ਹੂੰ ਹੂੰ ਤੇ ਹਾਂਜੀ 13 ਦੀ 14 ਜਿਹੜੀ ਵਰਸ ਹੈ ਨਾ, ਦੂਸਰਾ ਕਰੰਥੀਆਂ 13 ਦੀ 14। ਲੇਕਿਨ ਇੱਥੇ ਲਿਖਣ ਵਿੱਚ ਤੁਸੀਂ ਦੇਖੋ ਪਿਤਾ ਸੈਂਟਰ ਵਿੱਚ ਆ ਗਿਆ। ਜ਼ਰਾ ਦੇਖੋ ਤੇ ਸਹੀ, ਹਾਂ, ਅੰਗਰੇਜ਼ੀ ਜੀ ਨਹੀਂ, ਉਹਦੀ ਵਜ੍ਹਾ ਅਸੀਂ ਇਹ ਕਿਉਂ ਚੀਜ਼ਾਂ ਹੋ ਰਹੀਆਂ ਸਨ। ਦੇਖੋ ਇੱਥੇ ਪ੍ਰਭੂ ਯਿਸੂ ਦਾ ਇਸ ਲਈ ਪਹਿਲੇ ਨਾਂ ਉਹਨਾਂ ਨੇ ਲਿਖਿਆ ਹੈ ਕਿ ਕੰਮ ਤੇ ਸਾਰਾ ਮੁਕਤੀ ਦਾ ਇਹਨੇ ਹੀ ਕੀਤਾ ਹੈ। ਹੂੰ ਹੂੰ ਹੈ ਹੂੰ ਹੂੰ ਹਾਲਾ ਪਿਤਾ ਪੁੱਤਰ ਪਵਿੱਤਰ ਆਤਮਾ, ਇੱਥੇ ਸੀਕੁਐਂਸ ਹੋ ਗਿਆ, ਹੂੰ ਹੂੰ ਹੈ ਨਾ। ਇਸ ਲਈ ਉਹਨਾਂ ਦੀ ਨਿਗਾਹ 'ਚ ਇਹ ਸੀ ਕਿ ਭਾਈ ਯਿਸੂ ਨੇ ਸਾਰਾ ਮੁਕਤੀ ਦਾ ਕੰਮ। ਹੁਣ ਇੱਥੇ ਪੜ੍ਹਦੇ ਹੋ ਤੇ ਉਰਦੂ ਪੰਜਾਬੀ 'ਚ ਪੜ੍ਹਦੇ ਹੋ, ਹਾਂਜੀ ਇਹ ਗੱਲ ਤੋਂ ਅਸੀਂ ਇੱਕ ਪੁਆਇੰਟ ਚਲਾਉਂਦੇ ਹਾਂ ਹੂੰ ਕਿ ਕਈ ਚੀਜ਼ਾਂ ਇਸ ਤਰ੍ਹਾਂ ਹੈਗੀਆਂ ਸਨ, ਸਾਰਾ ਕੁਝ ਲਿਖਿਆ ਸੀ ਤੁਹਾਡੀ ਗੱਲ ਇਹ ਕਿ ਯੂਹੰਨਾ 15 ਦੀ 26 ਹੈ ਸੀ। ਹੂੰ ਲੇਕਿਨ ਜਦੋਂ ਉਹ ਹੁਣ ਇਹ ਦੇਖਣਾ ਪੈਣਾ ਹੈ ਕਿ ਜਿਹੜੀ 올ਡ ਕ੍ਰੀਡ ਸੀ ਹੈ ਉਹਦੇ ਵਿੱਚ ਕਲੀਅਰ ਨਹੀਂ ਸੀ, ਤਾਂ ਉਹਨਾਂ ਨੂੰ ਰਿਵਾਈਜ਼ਡ ਜਿਹੜੀ ਹੈ ਨਾ ਉਹ ਕਰਨੀ ਪੈਗੀ। ਹੂੰ ਠੀਕ ਹੈ ਹਾਂਜੀ ਆਪਾਂ ਅੱਛਾ ਪਹਿਲਾਂ ਪੜ੍ਹਦੀ ਜੀ ਪਹਿਲਾ ਗ੍ਰੰਥੀਆਂ ਸੌਰੀ ਦੂਜਾ ਗ੍ਰੰਥੀਆਂ 13 ਦੀ 14 ਜੀ, ਜੀ। ਉਹਦੇ 'ਚ ਲਿਖਿਆ ਹੈ ਪ੍ਰਭੂ ਯਿਸੂ ਦੀ ਕਿਰਪਾ ਪਰਮੇਸ਼ਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸੰਗਤੀ ਤੁਸਾਂ ਸਭਨਾਂ ਨਾਲ ਹੋਵੇ। ਹਾਂਜੀ ਅੱਛਾ, ਇਹ ਬੜਾ ਅੱਛਾ ਤੁਸੀਂ ਸਵਾਲ ਕੀਤਾ ਹੈ ਕਿ ਇਹ ਜਿਹੜੀ ਰਿਵਾਈਜ਼ਡ ਕ੍ਰੀਡ ਹੈ ਨਾ ਹੂੰ ਹੂੰ ਉਹਦਾ ਨਾਂ ਲਿਖੋ ਜ਼ਰਾ। ਹੂੰ ਹੂੰ ਇਹ ਕਾਉਂਸਲ ਜਿਹੜੀ ਉਦੋਂ ਬੈਠੀ ਸੀ, ਦੇਖੋ ਕਾਉਂਸਲ ਆਫ ਕਨਸਟੈਂਟਾਈਨ ਪੋਲ, ਯਾਨੀ CONSTANT ਕਾਂਸਟੈਂਟ CONSTANTINOPLE, ਇਹ ਉਸ ਦਾ ਜਿਹੜਾ ਸੀ ਕਾਉਂਸਲ ਦਾ ਨਾਂ ਸੀ ਜਿਨ੍ਹਾਂ ਨੇ ਇਹ ਫਿਰ ਪਾ ਦਿੱਤੀ ਰਿਵਾਈਜ਼ਡ, ਇਹਨੂੰ ਮੁਕੰਮਲ ਕਰ ਦਿੱਤਾ। ਹੂੰ ਹੂੰ ਠੀਕ ਹੈ। ਠੀਕ ਉਹ ਪਾਰਸਲ ਕ੍ਰੀਡ ਜਿਹੜੀ ਹੈ ਉਹ ਤਾਂ ਬਹੁਤ ਵੱਡਾ ਡਾਕੂਮੈਂਟ ਹੈ। ਉਹਦੇ ਵਿੱਚੋਂ ਇਹਨਾਂ ਨੇ ਜਦੋਂ ਸ਼ਾਰਟ ਕਰਕੇ ਬਿਆਨ ਕੀਤਾ ਉਹਦੇ ਵਿੱਚ ਪਾਕ ਰੂਹ ਦਾ ਰੋਲ ਕਲੀਅਰ ਨਹੀਂ ਸੀ, ਹੈ ਤੇ ਸਾਰਾ ਕੁਝ ਸੀ। ਹੂੰ ਹੂੰ ਫਿਰ ਉਹਨਾਂ ਨੇ ਇਸ ਜਿਹੜੀ ਇਹ ਕਾਉਂਸਲ ਬੈਠੀ ਸੀ, ਹੂੰ ਹੂੰ ਕਿਹੜੀ ਸੀ ਇਹ ਕਨਸਟੈਂਟਨੋਪਲ ਆਹ, ਸ਼ਾਇਦ ਹਾਂਜੀ ਹਾਂਜੀ, ਇਹ ਜਿਹੜੀ ਹੈ ਇਹ ਇੱਥੇ ਫਿਰ ਇਹਨੂੰ ਪਾ ਦਿੱਤਾ, ਹੁਣ ਕਲੀਅਰ ਹੈਗਾ। ਹੂੰ 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 ਇਹ ਸਵਾਲ ਉੱਠਦਾ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ। ਠੀਕ ਹੈ ਜ਼ਮਾਨਾ ਕੀ ਹੋਇਆ, ਅਰਲੀ ਚਰਚ 'ਚ ਹੂੰ ਉਹਨੂੰ ਚੁੱਕਦੇ ਹੀ ਬਲੀਵਰ ਸਨ ਕਿ ਯਾਰ ਇਹ ਪਾਕ ਨੂੰ ਇਹ ਪੁਰਾਣੀ ਕ੍ਰੀਡ ਵਿੱਚ ਕੋਈ ਇਟਰਨਲ ਨਹੀਂ ਲੱਗ ਰਿਹਾ, ਸਦਾ ਦਾ ਇਹਦਾ ਕੀ ਰੋਲ ਹੈ, ਇਹ ਉੱਠਦਾ ਹੁੰਦਾ ਸੀ। ਫਿਰ ਉਹਨਾਂ ਨੇ ਬਹਿ ਕੇ ਉਹ ਵਰਸ ਚੁੱਕੀ ਜਿਹਦੇ ਵਿੱਚ ਇਹਨੂੰ ਵਿੱਚ ਲਿਆਂਦਾ, ਆਪਣੇ ਕੋਲੋਂ ਨਹੀਂ, ਉਹ ਲਿਖੀ ਸੀ ਤੇ ਵਿੱਚ ਲਿਆਂਦਾ। ਜੀ ਠੀਕ ਹੈ ਜੀ, ਆਪਾਂ ਫਿਨਿਸ਼ ਕਰੀਏ ਜੀ ਹੁਣ? ਦੇਖ ਲਓ ਇਹ ਬੜੇ ਬਰੀਕ ਜਿਹੇ ਸਵਾਲ ਨੇ ਤੇ ਇਹਦੇ 'ਚ ਹੋਰ ਅਗਰ ਕੋਈ ਕਲੀਅਰ, ਜਿਸ ਤਰ੍ਹਾਂ ਹੁਣ ਗੱਲ ਕਰਦੇ ਆ ਫਿਰ ਉਹ ਕੌਂਸਲ ਦਾ ਨਾਂ ਵੀ ਦੇ ਦਿੱਤਾ। ਹੁਣ ਇਸ ਕੌਂਸਲ ਨੂੰ ਜਦੋਂ ਤੁਸੀਂ ਸਟੱਡੀ ਕਰੋਗੇ ਇਹਦੇ ਵਿੱਚ ਫੁੱਲ ਉਹਨਾਂ ਨੇ ਹਿਸਟਰੀ ਬਿਆਨ ਕੀਤੀ ਹੈ ਕਿ ਕਿੰਜ ਇਹ ਵਰਸ ਉਹਨਾਂ ਨੇ ਲਿਆਂਦੀ ਤੇ ਕਿਉਂ ਲਿਆਂਦੀ ਤੇ ਪ੍ਰੋਬਲਮ ਕੀ ਸਨ। ਹੁਣ ਸਟੱਡੀ 'ਚ ਸਾਰਾ ਕੁਝ ਤੇ ਨਹੀਂ, ਹਿੰਟ ਹੀ ਚੱਲ ਰਹੇ ਨੇ। ਹਾਂਜੀ, ਆਪਾਂ ਦੇਖਿਆ ਜੀ ਪਵਿੱਤਰ ਆਤਮਾ, ਇਹ ਜਿੱਦਾਂ ਯਿਸੂ ਕਹਿੰਦਾ ਮੈਂ ਪਿਤਾ ਵਿੱਚੋਂ ਆਇਆ, ਮੈਂ ਪਿਤਾ ਵਿੱਚੋਂ ਨਿਕਲ ਕੇ ਆਇਆ, ਹਾਂ, ਤੇ ਪਵਿੱਤਰ ਆਤਮਾ ਵੀ ਉਹਦੇ 'ਚ। ਹਾਂਜੀ ਠੀਕ ਹੈ, ਬਿਲਕੁਲ। ਤੇ ਫਿਰ ਇਹਦੇ ਵਿੱਚ ਬਹੁਤ ਸਾਰੀਆਂ ਨੇ, ਇਹਦਾ ਮਤਲਬ ਹੈ ਜੀ ਪਿਤਾ ਹੀ ਸਭ ਕੁਝ ਹੈ, ਇਸ ਲਈ ਯਹੋਵਾ ਵਿਟਨੈਸ ਵਾਲਿਆਂ ਨੇ ਆਪਣਾ ਬਣਾ ਲਿਆ, ਓਨਲੀ ਜੀਸਸ ਵਾਲਿਆਂ ਕਿਹਾ ਨਹੀਂ ਜੀ ਸਭ ਕੁਝ ਹੀ ਯਿਸੂ ਹੈ। ਸੋ ਇਸ ਤਰ੍ਹਾਂ ਇਹ ਚੀਜ਼ਾਂ ਹੁਣ ਪੁਰਾਣੇ ਦੌਰ ਵਿੱਚ ਵੀ ਚੱਲ ਰਹੀਆਂ ਸਨ ਤੇ ਹੁਣ ਵੀ ਚੱਲ ਰਹੀਆਂ ਨੇ ਤੇ ਚੱਲਦੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਸਾਨੂੰ
ਪਵਿੱਤਰ ਆਤਮਾ ਲੋਨਾ ਅਗਵਾਈ ਹੋਈ, ਕਿਉਂਕਿ ਉਹ ਯਸਾਇਆ 55 ਜਿਹੜੀ ਵਰਸ ਹੈ ਨਾ, ਉਹਨੂੰ ਹਰ ਬੰਦੇ ਨੂੰ ਰੱਖਣਾ ਚਾਹੀਦਾ ਕਿ ਬਈ ਅਸੀਂ ਆਪਣੀ ਨਾ ਅਕਲ ਲੜਾਈਏ, ਅਸੀਂ ਨਾ ਲੜਾਈਏ, ਆਪਣੀ ਡਾਕਟਰਿਨ ਨਾ ਬਣਾਈਏ, ਕਿਉਂਕਿ ਉਹਦੀ ਗੱਲਾਂ ਤੇ ਪਾਖਰੂ ਜਾਣਦਾ ਹੈ। ਦੇਖੋ ਨਾ ਪਹਿਲਾ ਗ੍ਰੰਥੀਆਂ 2 ਦੀ 10 ਤੋਂ ਗਾਂ ਪੜੋ ਕਿ ਪਾਖਰੂ ਖੁਦਾ ਦੀਆਂ ਡੂੰਘੀਆਂ ਗੱਲਾਂ ਉਹ ਹੀ ਕੱਢ ਲੈਂਦਾ ਹੈ। ਸੋ ਇਸ ਲਈ ਉਹ ਵੀ ਗੋਡ ਹੈਗਾ, ਇਸ ਲਈ ਸਾਡੇ ਖਿਆਲ ਨਾ ਆਉਣ, ਉਹਦੇ ਖਿਆਲ ਸਾਡੇ ਨਾਲੋਂ ਵੱਖਰੇ ਨੇ। ਸਾਡੀ ਅਕਲ ਇੱਥੇ ਤੱਕ ਹੈ ਨਾ, ਉੱਥੋਂ ਉਹ ਕੰਮ ਅੱਗੇ ਉਹਦਾ ਸ਼ੁਰੂ ਹੋ ਜਾਂਦਾ ਹੈ। ਤੇ ਪਵਿੱਤਰ ਆਤਮਾ ਇਸੇ ਲਈ ਦਿੱਤਾ ਗਿਆ ਹੈ। ਯਿਸੂ ਨੇ ਕਿਹਾ ਕਿ ਮੇਰੀਆਂ ਗੱਲਾਂ ਕਿਹੜੀਆਂ ਗੱਲਾਂ ਹੈ 66 ਕਿਤਾਬਾਂ ਦੇ ਮੁਤਲਕ, ਉਹ ਹੀ ਤੁਹਾਨੂੰ ਭੇਦ ਖੋਲੇਗਾ। ਤੇ ਉਹਦੀ ਸੋ ਐਨੀਵੇ ਅਸੀਂ ਤੇ ਬਹੁਤ ਕਮਜ਼ੋਰ ਗੱਲ ਕਰ ਸਕਦੇ ਹਾਂ। ਠੀਕ ਹੈ ਸਰ। ਸੋ ਸਵਾਲ ਸੀ ਕਿ ਕਿੰਜ ਪਵਿੱਤਰ ਆਤਮਾ ਪਿਤਾ ਤੇ ਪੁੱਤਰ ਦੇ ਵਿੱਚੋਂ ਨਿਕਲਿਆ, ਜਾਂ ਉਹਨਾਂ ਦਾ ਹਿੱਸਾ ਵੇ, ਜਾਂ ਉਹ ਕਿੰਜ ਉਹਨਾਂ ਨਾਲ ਸਹਿਮਤ। ਹਾਂ, ਉਹ ਤਾਂ ਯਿਸੂ ਮਸੀਹ ਨੇ ਖੁਦ ਵੀ ਕਿਹਾ ਵੀ ਪਵਿੱਤਰ ਆਤਮਾ ਆਏਗਾ, ਜਿਹੜਾ ਆਪਾਂ ਆਪਣੇ 15 ਦੀ 26 ਦੀ ਗੱਲ ਕਰਦੇ ਨਾ ਹੋਰ ਵੀ, ਵੀ ਉਹ ਆਏਗਾ, ਉਹ ਤੁਹਾਨੂੰ ਮੇਰੀਆਂ ਗੱਲਾਂ ਦੱਸੇਗਾ, ਔਰ ਉਹ ਆਪਣੇ ਕੋਲੋਂ ਨਹੀਂ ਮੇਰੇ ਕੋਲੋਂ ਲੈ ਕੇ ਦੱਸੇਗਾ। ਸੰਤ ਯੋਹੰਨਾ 14 ਪਾਠ ਤੇ ਸੰਤ ਯੋਹੰਨਾ 16 ਦੇ ਵਿੱਚ ਬੜਾ ਹੀ ਖੁੱਲ੍ਹ ਕੇ ਦੱਸਿਆ। ਹਾਂਜੀ ਹਾਂਜੀ, ਠੀਕ ਹੈ ਸਰ। ਤੇ ਕੋਈ ਹੋਰ ਸਵਾਲ ਜਿਹਨੇ ਚਾਹ ਰਹੇ ਹੋਵੇ ਇਹਦੇ ਵਿੱਚ? ਠੀਕ ਹੈ ਜੀ, ਇੱਥੇ ਫਿਨਿਸ਼ ਕਰ ਦਾਂਗੇ, ਟਾਈਮ ਵੀ ਹੋ ਗਿਆ ਜੀ। ਉਹ ਅੱਛਾ। ਹਾਂਜੀ, ਥੈਂਕ ਯੂ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਸਮੇਂ ਦੇ ਲਈ, ਜੋ ਕੁਝ ਵੀ ਆਪਦੇ ਵਚਨ ਦੇ ਵਿੱਚੋਂ ਪੜ੍ਹਿਆ ਸੁਣਿਆ ਸਿੱਖਿਆ ਪਵਿੱਤਰ ਆਤਮਾ ਦੁਆਰਾ, ਉਹ ਸਭ ਕੁਝ ਸਾਡੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ, ਔਰ ਜੋ ਉਸ ਦੇ ਵਿੱਚ ਕੋਈ ਹੇਰਾ ਫੇਰੀ ਨਾ ਕਰ ਸਕੇ, ਚੁਰਾ ਨਾ ਸਕੇ ਪਰਮੇਸ਼ਰ ਪਿਤਾ। ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਟੱਕਦੇ ਹਾਂ, ਸੁਣਨ ਵਾਲਿਆਂ ਦੇ ਲਈ, ਸਭ ਦੇ ਲਈ ਇਹ ਬਰਕਤ ਦਾ ਕਾਰਨ ਬਣੇ ਪਰਮੇਸ਼ਰ ਪਿਤਾ, ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ।